ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਟੌਪ 8 ਐਟ 8। ਸੋ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਅੱਜ ਜਿਹੜੇ ਮਹਿਮਾਨ ਨਾਲ ਆਪਾਂ ਮੁਲਾਕਾਤ ਕਰਨ ਜਾ ਰਹੇ ਹਾਂ ਉਹਨਾਂ ਨਾਲ ਆਪਾਂ ਗੱਲ ਕਰਨੀ ਹੈ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਜੰਗਲਾਂ ਨੂੰ ਅੱਗਾਂ ਲੱਗੀਆਂ ਹੋਈਆਂ ਨੇ, ਉੱਥੇ ਜੋ ਨੁਕਸਾਨ ਹੋ ਰਿਹਾ ਹੈ, ਵਿਸ਼ੇਸ਼ ਤੌਰ 'ਤੇ ਜੋ ਲਿਟਨ ਉੱਥੇ ਪਿੰਡ ਹੈ, ਛੋਟਾ ਜਿਹਾ ਕਸਬਾ ਕਹਿ ਲਓ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਬਾਰੇ, ਤੇ ਓਵਰਆਲ ਜੋ ਕਲਾਈਮੇਟ ਚੇਂਜ ਦਾ ਇਸ ਸਾਰੇ 'ਤੇ ਪ੍ਰਭਾਵ ਹੈ। ਸੋ ਜਿਹੜੀ ਸ਼ਖਸੀਅਤ ਨੂੰ ਬੁਲਾਇਆ ਪਹਿਲਾਂ ਮੈਂ ਉਹਨਾਂ ਨਾਲ ਤੁਹਾਡੀ ਜਾਣ ਪਹਿਚਾਣ ਕਰਾ ਦਿਆਂ, ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸ ਦਿਆਂ। ਸਾਡੇ ਨਾਲ ਜੁੜੇ ਨੇ ਸੁਰਿੰਦਰ ਧੰਜਲ ਹੋਣੀ ਜ਼ੂਮ ਕਾਲ ਦੁਆਰਾ, ਉਹ ਕੈਮਲੂਪਸ ਬ੍ਰਿਟਿਸ਼ ਕੋਲੰਬੀਆ ਤੋਂ ਸਾਡੇ ਨਾਲ ਜੁੜੇ ਨੇ। ਸੁਰਿੰਦਰ ਧੰਜਲ ਹੋਣਾ ਦੀ ਜੇਕਰ ਮੈਂ ਜਾਣ ਪਹਿਚਾਣ ਕਰਾਵਾਂ ਤਾਂ ਬਹੁਤ ਲੰਬੀ ਹੋ ਸਕਦੀ ਹੈ, ਪਰ ਕੁਝ ਗੱਲਾਂ ਮੈਂ ਜ਼ਰੂਰ ਉਹਨਾਂ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਕਿ ਉਹ ਜਿੱਥੇ ਤੱਕ ਸਾਹਿਤਕ ਖੇਤਰ 'ਚ ਇੱਕ ਜਾਣਿਆ ਪਛਾਣਿਆ ਨਾਮ ਹੈ, ਉਹ 2 PhDs ਉਹਨਾਂ ਨੇ ਕੀਤੀਆਂ ਹੋਈਆਂ ਨੇ, ਡਬਲ ਡਾਕਟਰੇਟ ਨੇ। ਇੱਕ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਲਿਟਰੇਚਰ ਦੇ ਵਿੱਚ ਉਹਨਾਂ ਨੇ ਡਾਕਟਰੀ ਕੀਤੀ ਹੈ। ਦੂਸਰੀ ਜਿਹੜੀ ਉਹਨਾਂ ਦੀ ਡਾਕਟਰੇਟ ਹੈ ਉਹ ਹੈਗੀ ਹੈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿੱਚ। ਸੋ ਇੱਕ ਪਾਸੇ ਇੰਜੀਨੀਅਰਿੰਗ ਨਾਲ ਵੀ ਜੁੜੇ ਹੋਏ ਨੇ ਅਤੇ ਦੂਜੇ ਪਾਸੇ ਸਾਹਿਤ ਨਾਲ ਵੀ ਜੁੜੇ ਹੋਏ ਨੇ। ਉਸ ਤੋਂ ਬਿਨਾਂ ਉਹਨਾਂ ਦਾ ਬਹੁਤ ਲੰਬਾ ਟੀਚਿੰਗ ਐਕਸਪੀਰੀਅੰਸ ਹੈ ਕੈਨੇਡਾ ਦੇ ਵਿੱਚ, ਲਗਭਗ 31 ਸਾਲਾਂ ਦਾ। ਇਸ ਵੇਲੇ ਵੀ ਉਹ ਪ੍ਰੋਫੈਸਰ ਐਮੇਰਿਟਸ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ, ਜਿੱਥੇ ਕਹਿ ਸਕਦੇ ਥੋਮਸਨ ਰਿਵਰ ਯੂਨੀਵਰਸਿਟੀ ਕੈਮਰੂਪਸ ਦੇ ਵਿੱਚ ਉਹ ਪ੍ਰੋਫੈਸਰ ਐਮੇਰਿਟਸ ਨੇ। ਸੋ ਬੜੀ ਵੱਡੀ ਗੱਲ ਹੈ। ਉਸ ਤੋਂ ਬਿਨਾਂ ਉਹ ਪਾਸ਼ ਕੌਮਾਂਤਰੀ ਟਰਸਟ, ਜਿਹੜੇ ਇਨਕਲਾਬੀ ਕਵੀ ਹੋਏ ਨੇ ਅਵਤਾਰ ਪਾਸ਼, ਉਹਨਾਂ ਦੀ ਯਾਦ ਦੇ ਵਿੱਚ ਪਾਸ਼ ਕੌਮਾਂਤਰੀ ਟਰਸਟ ਕੰਮ ਕਰਦੀ ਹੈ। ਉਸਦੇ ਕਨਵੀਨਰ ਨੇ 1988 ਤੋਂ ਜਦੋਂ ਪਾਸ਼ ਦਾ ਕਤਲ ਹੋਇਆ ਸੀ ਉਹਨਾਂ ਤੋਂ ਤੇ ਬਹੁਤ ਸਾਰੀਆਂ ਗਤੀਵਿਧੀਆਂ ਕਰਾਉਂਦੇ ਰਹਿੰਦੇ ਨੇ ਉਹਨਾਂ ਨਾਲ ਜੁੜੀਆਂ ਹੋਈਆਂ। ਆਪ ਵੀ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ 'ਚ ਪਾ ਚੁੱਕੇ ਨੇ, 7 ਦੇ ਕਰੀਬ ਕਿਤਾਬਾਂ ਉਹਨਾਂ ਦੀਆਂ ਆ ਚੁੱਕੀਆਂ ਨੇ। ਅਤੇ ਜਿਹੜੀ ਉਹਨਾਂ ਦੀ ਲੇਟੈਸਟ ਕਿਤਾਬ ਹੈ ਕਵਿਤਾ ਦੀ ਲਾਟ, ਉਹ 2011 ਦੇ ਵਿੱਚ ਆਈ ਸੀ। ਸੋ ਸਾਡੇ ਨਾਲ ਜੁੜ ਚੁੱਕੇ ਨੇ ਜ਼ੂਮ ਕਾਲ ਦੁਆਰਾ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਟੌਪ 8 ਐਟ 8 ਦੇ ਵਿੱਚ ਧੰਜਲ ਸਾਹਿਬ। ਮਿਹਰਬਾਨੀ ਗਗਨ ਜੀ। ਪ੍ਰਵਾਸੀ ਟੀਵੀ ਪ੍ਰੋਗਰਾਮ ਦੇ ਸਾਰਿਆਂ ਦਰਸ਼ਕਾਂ ਨੂੰ ਮੇਰੇ ਵੱਲੋਂ ਸ਼ੁਭ ਸ਼ਾਮਾਂ ਤੇ ਤੁਹਾਡੀ ਸਮੁੱਚੀ ਟੀਮ ਦਾ ਹਾਰਦਿਕ ਧੰਨਵਾਦ। ਸੋ ਸਭ ਤੋਂ ਪਹਿਲਾਂ ਤਾਂ ਧੰਜਲ ਸਾਹਿਬ, ਜੋ ਇਸ ਵੇਲੇ ਕੈਨੇਡਾ ਦੇ ਵਿੱਚ ਕੀ ਵਿਸ਼ਵ ਭਰ ਦੀਆਂ ਖਬਰਾਂ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ ਹੀਟ ਵੇਵ ਚੱਲ ਰਹੀ ਹੈ, ਗਰਮੀ ਦੇ ਨਾਲ ਬਹੁਤ ਨੁਕਸਾਨ ਹੋ ਰਿਹਾ, ਉੱਥੇ ਨਾਲ ਦੀ ਨਾਲ ਜਿਹੜੀ ਹੁਣ ਵਾਈਲਡ ਫਾਇਰਸ ਨੇ, ਜੰਗਲਾਂ ਨੂੰ ਅੱਗਾਂ ਲੱਗੀਆਂ ਹੋਈਆਂ ਨੇ, 100 ਦੇ ਕਰੀਬ, 100 ਤੋਂ ਵੱਧ ਕਹਿੰਦੇ ਇਸ ਤਰ੍ਹਾਂ ਦੀ ਸਾਈਟਸ ਨੇ ਜਿੱਥੇ ਅੱਗ ਜਿਹੜੀ ਚੱਲ ਰਹੀ ਹੈ ਅਤੇ ਲਗਾਤਾਰ ਇਹ ਸਾਈਟਸ ਵੱਧ ਰਹੀਆਂ ਨੇ। ਕੀ ਸਥਿਤੀ ਹੈ, ਕਿਉਂਕਿ ਤੁਸੀਂ ਤਾਂ ਉੱਥੇ ਹੋ, ਉੱਥੇ ਰਹਿ ਰਹੇ ਹੋ ਇਸ ਵੇਲੇ, ਕੀ ਸਥਿਤੀ ਤਾਂ ਕਿ ਇੱਧਰਲੇ ਈਸਟ ਐਂਡ ਵਾਲੇ ਟੋਰਾਂਟੋ ਦੇ ਨੇੜੇ ਤੇੜੇ ਦੇ ਦਰਸ਼ਕ ਜਾਂ ਹੋਰ ਨਾਰਥ ਅਮਰੀਕਾ ਦੇ ਦਰਸ਼ਕ ਵੀ ਜਾਣ ਸਕਣ? ਸਥਿਤੀ ਬਾਰੇ ਗੱਲ ਕਰਨ ਦਾ ਵਿਚਾਰ ਆਉਂਦਿਆਂ ਹੀ ਗਗਨ ਜੀ ਮੇਰੇ ਮਨ 'ਚ ਪੰਜਵੇਂ ਗੁਰੂ ਦਾ ਇੱਕ ਕਥਨ ਹੈ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓਰੀ। ਦਾਵਾ ਅਗਨ ਦਾ ਮਤਲਬ ਹੁੰਦਾ ਜੰਗਲ ਦੀ ਅੱਗ, ਕਿ ਜੰਗਲ ਦੀ ਅੱਗ ਨੇ ਘਾਹ ਬੂਟੇ ਸਾਰੇ ਆ ਜਿਹੜੇ ਉਹ ਬਹੁਤ ਸਾੜ ਦਿੱਤੇ ਨੇ, ਸ਼ਾਇਦ ਕੋਈ ਨਾ ਕੋਈ ਹਰਿਆ ਭਰਿਆ ਬੂਟਾ ਬਚਿਆ ਹੋਵੇ। ਇਹ ਆਸਾ ਰਾਗ 'ਚ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ। ਇਹ ਗੱਲ ਉਹਨਾਂ ਨੇ ਕਹੀ ਤਾਂ ਇਸ ਸੰਬੰਧ ਵਿੱਚ ਸੀ ਕਿ ਮਨੁੱਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ 'ਚ ਜਲਦਾ ਰਹਿੰਦਾ, ਸ਼ਾਇਦ ਕੋਈ ਵਿਰਲਾ ਟਾਮਾ ਹੀ ਬਚਿਆ ਹੋਵੇ ਜਿਹੜਾ ਇਸ ਅੱਗ ਤੋਂ ਮੁਕਤ ਹੋਵੇ। ਲੇਕਿਨ ਜਿਸ ਸੰਬੰਧ 'ਚ ਆਪਾਂ ਅੱਜ ਗੱਲ ਕਰ ਰਹੇ ਹਾਂ ਉਹਦੇ 'ਚ ਸਪਸ਼ਟ ਹੈ ਕਿ ਇਹ ਹਾੜ ਦਾ ਮਹੀਨਾ ਚੱਲ ਰਿਹਾ, ਔਰ ਹਾੜ ਦੇ ਮਹੀਨੇ 'ਚ ਆਪਾਂ ਸਾਰੇ ਸੰਸਾਰ 'ਚ ਆਪਾਂ ਆਸ ਕਰਦੇ ਹਾਂ ਕਿ ਜੇਠ ਹਾੜ ਦੀਆਂ ਧੁੱਪਾਂ ਤੇ ਗਰਮੀ ਮਸ਼ਹੂਰ ਹੈ ਜੀ। ਸੋ ਇਹ ਤਾਂ ਸਾਨੂੰ ਪਤਾ ਹੀ ਸੀ ਕਿ ਹਾੜ 'ਚ ਧੁੱਪ ਪੈ ਰਹੀ ਹੋਏਗੀ, ਲੇਕਿਨ ਇਸ ਵਾਰੀ ਕੁਝ ਅਸਧਾਰਨ ਇੱਥੇ ਜਿਹੜਾ ਵਰਤਾਰਾ ਵਾਪਰਿਆ, ਜਿਹਦੇ ਬਾਰੇ ਤੁਸੀਂ ਸੰਕੇਤ ਕੀਤਾ ਹੈ ਕਿ ਸਾਡੇ ਸ਼ਹਿਰ ਤੋਂ ਤਕਰੀਬਨ 170 ਕਿਲੋਮੀਟਰ ਦੂਰ ਇੱਕ ਸ਼ਹਿਰ ਹੈ ਲਿਟਨ, ਜਿਹੜਾ
ਲਗਭਗ 90% ਸੜ ਕੇ ਸੁਆਹ ਹੋ ਗਿਆ ਜੰਗਲ ਦੀ ਭਿਆਨਕ ਅੱਗ ਦੇ ਨਾਲ। ਉਸ ਸ਼ਹਿਰ ਦੇ ਵਿੱਚ ਬੇਤਹਾਸ਼ਾ ਗਰਮੀ ਪਈ। ਐਤਵਾਰ, ਸੋਮਵਾਰ ਤੇ ਮੰਗਲਵਾਰ 27, 28 ਤੇ 29 ਜੂਨ ਨੂੰ ਤੁਸੀਂ ਵੀ ਇਹ ਇੰਟਰਨੈਟ ਤੇ ਔਰ ਮੀਡੀਆ ਤੇ ਖਬਰਾਂ ਪੜ੍ਹੀਆਂ ਹੋਣਗੀਆਂ ਕਿ 3 ਦਿਨ ਲਗਾਤਾਰ ਸਾਰੇ ਕੈਨੇਡਾ ਦੇ ਆਲ ਟਾਈਮ ਹੀਟ ਦੇ ਰੈਕਡ ਤੋੜ ਦਿੱਤੇ ਉਹਨੇ। 46.6 ਡਿਗਰੀ ਸੈਲਸੀਅਸ ਸੰਡੇ, 47.9 ਡਿਗਰੀ ਮੰਡੇ ਤੇ 49.6 ਡਿਗਰੀ ਸੈਲਸੀਅਸ ਟਿਊਜ਼ਡੇ ਨੂੰ ਟੈਂਪਰੇਚਰ ਸੀ। ਆਪਾਂ ਹਾਕੀ ਦੀ ਟੀਮ ਬਾਰੇ ਗੱਲ ਕਰਦੇ ਹੁੰਦੇ ਆ ਵੀ ਉਹਨੇ 3 ਗੋਲ ਕੀਤੇ, ਉਹਨੂੰ ਹੈਟ ਟ੍ਰਿਕ ਕਹਿੰਦੇ ਆ। ਤੋ এনवायरमेंटलिस्ट ਕਹਿ ਰਹੇ ਆ ਵੀ ਲਿਟਨ ਦਾ ਇਹ ਹੈਟ ਟ੍ਰਿਕ ਸੀ, ਪਰ ਇਹ ਬੜਾ ਭਿਆਨਕ ਹੈਟ ਟ੍ਰਿਕ ਸੀ ਕਿ ਸਾਰੇ ਦੇ ਸਾਰੇ ਕੈਨੇਡਾ ਦੀ ਗਰਮੀ ਦੇ ਉਹਨੇ ਰਿਕਾਰਡ ਤੋੜ ਦਿੱਤੇ। ਤੇ ਉਦੋਂ ਹੀ ਸਾਨੂੰ ਲੱਗਦਾ ਸੀ ਵੀ ਕੁਝ ਨਾ ਕੁਝ ਭਿਅੰਕਰ ਵਾਪਰੇਗਾ, ਤੇ ਬਿਲਕੁਲ ਉਹੀ ਹੋਇਆ ਕਿ ਉਸ ਏਰੀਏ ਦੇ ਵਿੱਚ ਮੈਂ ਉਸ ਨੂੰ ਕਾਫੀ ਵਾਰੀ ਦੇਖਿਆ, ਕਿਉਂਕਿ ਉਸ ਸ਼ਹਿਰ ਦੇ ਵਿੱਚ 2 ਦਰਿਆ ਮਿਲਦੇ ਨੇ। ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਸਭ ਤੋਂ ਵੱਡਾ ਦਰਿਆ ਹੈ ਉਹਦਾ ਨਾਮ ਹੈ ਫਰੇਜ਼ਰ ਰਿਵਰ। ਫਰੇਜ਼ਰ ਰਿਵਰ ਜਿਹੜਾ ਉਹ ਜੈਸਪਰ ਦੇ ਏਰੀਏ ਚੋਂ ਪ੍ਰਿੰਸ ਜਾਰਜ, ਕੋਨੈਲ, ਵਿਲੀਅਮਸ ਲੇਕ, ਲਿਲਵਿਟ ਵਗੈਰਾ ਚ ਹੁੰਦਾ ਹੋਇਆ ਜਦੋਂ ਲਿਟਨ ਪਹੁੰਚਦਾ ਤਾਂ ਮੇਰੇ ਸ਼ਹਿਰ ਵਾਲਾ ਦਰਿਆ ਜਿਹੜਾ ਟਾਮਸਨ ਰਿਵਰ ਸਾਡੇ ਸ਼ਹਿਰ ਚ ਗੁਜ਼ਰਦਾ, ਇਹ ਉਸ ਦਰਿਆ ਨੂੰ ਉਸ ਸ਼ਹਿਰ ਦੇ ਵਿੱਚ ਜਾ ਕੇ ਮਿਲਦਾ, ਲਿਟਨ ਸ਼ਹਿਰ ਦੇ ਵਿੱਚ। ਤੇ ਮੈਂ ਅਕਸਰ, ਹਾਂਜੀ, ਸੰਗਮ ਹੁੰਦਾ, ਬਿਲਕੁਲ ਬਿਲਕੁਲ। ਮੈਂ ਉਸ ਸ਼ਹਿਰ 'ਚ ਇਹਨਾਂ 2 ਦਰਿਆਵਾਂ ਦੇ ਮਿਲਾਪ ਦਾ ਅਕਸਰ ਨਜ਼ਾਰਾ ਦੇਖਣ ਜਾਂਦਾ ਹੁੰਦਾ ਵੀ ਇੱਕ ਦਰਿਆ ਦਾ ਪਾਣੀ ਹੋਰ ਤਰ੍ਹਾਂ ਦਾ, ਹੋਰ ਰੰਗ ਦਾ, ਦੂਜੇ ਦਾ ਹੋਰ ਤਰ੍ਹਾਂ ਦਾ। ਪਰ ਹੁਣ ਤੋਂ ਬਾਅਦ ਜਦੋਂ ਉੱਥੇ ਜਾਣਾ ਤਾਂ ਉਸ ਛੋਟੇ ਜਿਹੇ ਸ਼ਹਿਰ ਦੀ ਰੌਣਕ ਉਸ ਤਰ੍ਹਾਂ ਦੀ ਨਹੀਂ ਹੋਣੀ। 90% ਘਰ ਤਾਂ ਬਿਲਕੁਲ ਜਲ ਕੇ ਰਾਖ ਹੋ ਗਏ ਨੇ। ਤੇ ਗਗਨ ਜੀ, ਉਸ ਤੋਂ ਇਲਾਵਾ ਕੁਝ ਉੱਥੋਂ ਦੇ ਜਿਹੜੇ ਵਸਨੀਕ ਬਾਸ਼ਿੰਦੇ ਨੇ ਉਹ ਹਾਲੇ ਤੱਕ ਮੇਅਰ ਦੇ ਬਿਆਨ ਦੇ ਮੁਤਾਬਕ ਲਾਪਤਾ ਨੇ। ਉਹ ਹੋ ਸਕਦਾ ਹੈ ਕਿ ਉਸ ਭਿਆਨਕ ਅੱਗ ਦੇ ਵਿੱਚ ਉਹ ਸੜ ਕੇ ਸੁਆਹ ਹੋ ਗਏ ਹੋਣ। ਤੇ ਉਹ ਜਿਹੜਾ ਬਹੁਤ ਦੁਖਦਾਈ ਖਬਰ ਹੈ, ਔਰ ਉਹਦਾ ਜਿਹੜਾ ਧੂਆਂ ਉਹ ਇੰਨਾ ਭਿਅੰਕਰ ਹੈ ਕਿ ਹਾਲੇ ਤੱਕ ਇੱਕ ਤਾਂ ਅੱਗੋਂ ਆਊਟ ਆਫ ਕੰਟਰੋਲ ਹੈ, ਔਰ ਨਾਲ ਦੀ ਨਾਲ ਉਸ ਅੱਗ ਦਾ ਜਿਹੜਾ ਧੂਆਂ ਸਾਡਾ ਸ਼ਹਿਰ ਉੱਥੋਂ ਤਕਰੀਬਨ 170-75 ਕਿਲੋਮੀਟਰ ਦੂਰ ਹੈ, ਇੱਥੇ ਤੱਕ ਪਹੁੰਚਦਾ। ਤੇ ਇਸ ਭਿਅੰਕਰ ਅੱਗ ਤੋਂ ਇਲਾਵਾ ਸਾਡੇ ਸ਼ਹਿਰ ਦੇ ਤਕਰੀਬਨ 60 ਕਿਲੋਮੀਟਰ ਦੂਰ ਇੱਕ ਹੋਰ ਏਰੀਆ ਜਿਹਦਾ ਨਾਮ ਹੈ ਸਪਾਰਕਸ ਲੇਕ ਜੀ। ਉੱਥੇ ਵੀ ਇੱਕ ਅਨਕੰਟਰੋਲੇਬਲ ਫਾਇਰ ਰਾਤ ਦੀ, ਜਾਣੀ ਕਿ ਫਰਾਈਡੇ ਨਾਈਟ ਦੀ ਖਬਰ ਇਹ ਹੈ ਕਿ ਤਕਰੀਬਨ 450 ਹੈਕਟੇਅਰ ਏਰੀਆ ਉਹਦਾ ਭਿਆਨਕ ਅੱਗ ਦੀ ਲਪੇਟ 'ਚ ਆ ਚੁੱਕਿਆ, ਔਰ ਤਕਰੀਬਨ 166 ਘਰਾਂ ਨੂੰ ਇਵੈਕੂਏਸ਼ਨ ਦਾ ਹੁਕਮ ਹੋ ਚੁੱਕਿਆ। ਜਿਹੜਾ ਮੇਰਾ ਸ਼ਹਿਰ ਹੈ ਉਹਨੂੰ ਜਿਹੜਾ ਇੱਕ ਜ਼ਿਲ੍ਹਾ ਉਹਦਾ ਨਾਮ ਹੈ ਟਾਮਸਨ ਨਿਕੋਲਾ ਰੀਜਨਲ ਡਿਸਟ੍ਰਿਕਟ। ਉਹਨਾਂ ਨੇ ਇਵੈਕੂਏਸ਼ਨ ਆਰਡਰ ਇਸ਼ੂ ਕੀਤੇ ਹੈ ਤੇ ਇਸ ਵੇਲੇ ਜਿਹੜਾ ਮੇਰਾ ਸ਼ਹਿਰ ਹੈ ਲਿਲਵਿਟ ਤੇ ਸਪਾਰਕਸ ਲੇਕ ਤੇ ਲਿਟਨ ਵਾਸਤੇ ਲਗਭਗ ਉੱਥੋਂ ਦੇ ਵਸਨੀਕਾਂ ਵਾਸਤੇ ਇੱਕ ਤਰ੍ਹਾਂ ਦਾ ਇਹ ਹਸਪੀਟਲ ਬਣਿਆ ਹੋਇਆ। ਉਹ ਇਵੈਕੂਏਸ਼ਨ ਤੋਂ ਬਾਅਦ ਸਾਰੇ ਲੋਕ ਇੱਥੇ ਆ ਰਹੇ ਨੇ, ਕਾਫੀ ਸਾਰੇ ਕੈਂਪ ਏਰੀਆ ਇੱਕ ਤਰ੍ਹਾਂ ਤੁਹਾਡੇ ਸ਼ਹਿਰ 'ਚ ਬਣਿਆ ਹੈ। ਬਿਲਕੁਲ, ਤੇ ਕੁਝ ਹੋਰ ਨਾ ਨਜ਼ਦੀਕੀ ਸ਼ਹਿਰਾਂ ਵਿੱਚ ਵੀ ਗਏ ਹੋਣਗੇ। ਤੇ ਤੀਜਾ ਸ਼ਹਿਰ ਜਿਹੜਾ ਇਸ ਭਿਅੰਕਰ ਅੱਗ ਦੀ ਲਪੇਟ 'ਚ ਆਇਆ ਉਹਦਾ ਨਾਮ ਹੈ ਲਿਲਵਿਟ। ਉਹ ਵੀ ਮੇਰੇ ਸ਼ਹਿਰ ਤੋਂ ਲਗਭਗ 170-75 ਕਿਲੋਮੀਟਰ ਦੂਰ ਹੈ। ਉਹ ਵੀ ਇੰਡੀਜਨਸ ਪੀਪਲ ਦੀ ਵਸੋਂ ਵਾਲਾ ਛੋਟਾ ਜਿਹਾ ਬੜਾ ਪਿਆਰਾ ਸ਼ਹਿਰ ਹੈ। ਉਸ ਸ਼ਹਿਰ ਦੇ ਵਿੱਚ ਵੀ ਫਰੇਜ਼ਰ ਦਰਿਆ ਗੁਜ਼ਰਦਾ ਹੈ
ਤੇ ਇੱਕ ਦਰਿਆ ਉੱਥੇ ਵੀ ਆ ਕੇ ਮਿਲਦਾ ਹੈ, ਇੱਕ ਕ੍ਰੀਕ ਵੀ ਉਸ ਦਰਿਆ 'ਚ ਆ ਕੇ ਮਿਲਦੀ ਹੈ। ਉਹ ਸ਼ਹਿਰ ਵੀ ਭਿਅੰਕਰ ਅੱਗ ਦੀ ਲਪੇਟ 'ਚ ਹੈ। ਤੇ ਥਰਸਡੇ ਰਾਤ ਨੂੰ ਸਾਡੇ ਆਪਣੇ ਸ਼ਹਿਰ ਦੇ ਵਿੱਚ ਦੋ ਕਮਿਊਨਿਟੀਜ਼, ਜਿਨ੍ਹਾਂ ਦਾ ਨਾਮ ਹੈ ਵੈਲੀ ਵਿਊ ਤੇ ਜੂਨੀਪਰ ਰਿਜ, ਉਹ ਵੀ ਦੋਨੇ ਜਿਹੜੀਆਂ ਕਮਿਊਨਿਟੀਜ਼ ਹੈ ਉਹ ਭਿਅੰਕਰ ਅੱਗ ਦੀ ਲਪੇਟ 'ਚ ਆ ਗਈਆਂ, ਕਿਉਂਕਿ ਸਾਡਾ ਸ਼ਹਿਰ ਵੀ ਪਹਾੜੀ ਏਰੀਏ ਦੇ ਔਰ ਸਾਡੇ ਸ਼ਹਿਰ ਦੇ ਆਲੇ ਦੁਆਲੇ ਵੀ ਬੜੇ ਖੂਬਸੂਰਤ ਜੰਗਲ ਨੇ, ਬਿਲਕੁਲ ਝੀਲਾਂ ਨੇ, ਫੁੱਲ ਨੇ, ਲੇਕਿਨ ਹੁਣ ਸਾਰੇ ਅੱਗ ਦੀ ਲਪੇਟ 'ਚ ਨੇ। ਤੇ ਥੋੜੀ ਜੀ ਜਿਹੜੀ ਖੁਸ਼ੀ ਭਰੀ ਤਸੱਲੀ ਇਹ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਜਦੋਂ ਥਰਸਡੇ ਜਾਣੀ ਕਿ ਵੀਰਵਾਰ ਦੀ ਰਾਤ ਨੂੰ ਵੈਲੀ ਵਿਊ ਤੇ ਜੂਨੀਪਰ ਰਿਜ ਦੇ ਵਿੱਚ ਇਹ ਅੱਗ ਲੱਗੀ ਹੈ, ਤਾਂ ਸਾਡੇ ਸ਼ਹਿਰ ਦੇ ਜਿੰਨੇ ਕੁ ਵੀ ਲੋਕਾਂ ਕੋਲੇ ਪ੍ਰਾਈਵੇਟ ਜਹਾਜ਼ ਸੀਗੇ, ਜੀ ਹੈ ਕਿ ਅੱਗ ਬੁਝਾਉਣ ਵਾਸਤੇ ਉਹਨਾਂ ਨੇ ਭਰਾਤਰੀ ਭਾਵਨਾ ਦਾ, ਕਮਿਊਨਿਟੀ ਦਾ ਬੜਾ ਮੁਹੱਬਤੀ ਸਬੂਤ ਦਿੱਤਾ ਤੇ ਉਸ ਅੱਗ ਤੇ ਕਾਬੂ ਪਾ ਲਿਆ। ਔਰ ਰਾਤ ਨੂੰ ਸਾਡੇ ਆਪਣੇ ਕੁਝ ਮਿੱਤਰ ਪਿਆਰੇ ਜਿਨ੍ਹਾਂ ਨਾਲ ਮੇਰੀ ਕੱਲ ਗੱਲਬਾਤ ਹੋਈ ਫਰਾਈਡੇ ਨੂੰ, ਉਹਨਾਂ ਨੇ ਦੱਸਿਆ ਕਿ ਸਾਨੂੰ ਪਹਿਲਾਂ ਇਵੈਕੂਏਸ਼ਨ ਆਰਡਰ ਮਿਲ ਗਏ ਸੀ, ਅਸੀਂ ਜੀ ਰਾਤ ਦਾ ਕਾਫੀ ਹਿੱਸਾ ਆਪਣੇ ਘਰਾਂ ਤੋਂ ਬਾਹਰ ਗੁਜ਼ਾਰਿਆ, ਤੇ ਲੇਕਿਨ ਕੱਲ ਸਵੇਰ ਤੱਕ ਉਹ ਥਰਸਡੇ ਵਾਲੀ ਰਾਤ ਤੇ ਰਾਤ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਜਾ ਚੁੱਕਿਆ ਸੀ। ਪਰ ਜਿਹੜਾ ਬਿਲਕੁਲ ਉਹਦਾ ਬਿਲਕੁਲ ਤੰਜਲ ਸਾਹਿਬ, ਤੁਹਾਡੀ ਸਾਰੀ ਜਿਹੜੀ ਤੁਸੀਂ ਬੜੀ ਡਿਟੇਲ ਦੇ ਵਿੱਚ ਦੱਸਿਆ ਗੱਲਬਾਤ ਤੋਂ ਇਹ ਲੱਗਦਾ ਕਿ ਸਥਿਤੀ ਜਿਹੜੀ ਆ ਉਹ ਜਿੱਥੇ ਕਈ ਭਾਗਾਂ ਵਿੱਚ ਬੜੀ ਖਰਾਬ ਆ, ਤੇ ਪਰ ਨਾਲ ਲੋਕ ਇਕੱਠੇ ਹੋ ਕੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕਰ ਰਹੇ। ਇੱਕ ਤਰ੍ਹਾਂ ਕਹਿ ਸਕਦੇ ਕਿ ਲੋਕਾਂ ਦਾ ਇੱਕ ਜਜ਼ਬਾ ਵੀ ਹੈਗਾ। ਤੁਸੀਂ ਇੱਕ ਸਾਹਿਤਕਾਰ ਵੀ ਹੋ ਤੇ ਇੰਜੀਨੀਅਰ ਵੀ ਹੋ, ਦੋਨਾਂ ਫੀਲਡਸ ਨਾਲ ਪ੍ਰੋਫੈਸਰ ਹੋ, ਦੋਨਾਂ ਚੀਜ਼ਾਂ ਨਾਲ ਜੁੜੇ ਹੋਏ ਹੋ, ਇਹਨਾਂ ਚੀਜ਼ਾਂ ਨੂੰ ਨੇੜੇ ਤੋਂ ਦੇਖਦੇ ਹੋ। ਸੋ ਕਲਾਈਮੇਟ ਚੇਂਜ ਦਾ ਤੁਹਾਨੂੰ ਕਿੰਨਾ ਕੁ ਵੱਡਾ ਰੋਲ ਲੱਗਦਾ ਇਸ ਜਿਹੜਾ ਜੋ ਵੀ ਕੁਝ ਹੋ ਰਿਹਾ? ਕਿਉਂਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਜ਼ ਵੀ ਆਉਂਦੀਆਂ ਨੇ ਵਿੱਚ ਵਿੱਚ, ਕਿ ਕਈ ਲੋਕ ਕਲਾਈਮੇਟ ਚੇਂਜ ਨੂੰ ਹਜੇ ਵੀ ਕਹਿੰਦੇ ਨੇ ਇਹ ਫੇਕ ਹੈ, ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਹੈ। ਇਸ ਤਰ੍ਹਾਂ ਵੀ ਕਈ ਕਹਿ ਜਾਂਦੇ ਨੇ ਕਿ ਕੋਵਿਡ ਦੇ ਕਰਕੇ ਜਿਹੜਾ ਵਾਤਾਵਰਨ 'ਚ ਚੇਂਜਸ ਹੋਈਆਂ ਉਹਦੇ ਕਰਕੇ ਅੱਗਾਂ ਜ਼ਿਆਦਾ ਵਧੀਆਂ ਨੇ। ਤੁਸੀਂ ਇਸ ਬਾਰੇ ਕੀ ਕਹੋਗੇ? ਇਹਦੇ ਬਾਰੇ ਤਾਂ ਗਗਨ ਜੀ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਤੁਸੀਂ ਵੀ ਇੰਜੀਨੀਅਰਿੰਗ ਦੇ ਵਿਦਿਆਰਥੀ ਹੋ, ਜੀ ਮੈਂ ਵੀ ਇੰਜੀਨੀਅਰਿੰਗ ਤੇ ਕੰਪਿਊਟਰ ਸਾਇੰਸ ਦੇ ਨਾਲ ਜੁੜਿਆ ਹੋਇਆ। ਤੇ ਅਸਲ ਜਿਹੜਾ ਦਾ ਰੂਟ ਕਾਜ਼ ਹੈ ਉਹ ਗਲੋਬਲ ਵਾਰਮਿੰਗ ਹੀ ਹੈ। ਤੇ ਬਾਕੀ ਸਾਡੇ ਭਾਈਚਾਰੇ ਨੂੰ ਪੂਰੇ ਸੰਸਾਰ ਦੇ ਵਿੱਚ ਆਦਤ ਹੈ ਕਿ ਬਾਤ ਦਾ ਬਤੰਗੜ ਬਣਾਉਣ ਦੀ, ਜਦ ਕਿ ਹੁਣ ਗੱਲ ਤਾਂ ਪ੍ਰਤੱਖ ਹੀ ਹੈ ਵੀ ਜੇਠ ਹਾੜ ਦੇ ਮਹੀਨੇ 'ਚ ਵੈਸੇ ਹੀ ਗਰਮੀ ਪੈਣੀ ਹੁੰਦੀ ਹੈ। ਇਸ ਵਾਰੀ ਗਰਮੀ ਜ਼ਿਆਦਾ ਜੇ ਵਧੀ ਹੈ ਤਾਂ ਡੈਫੀਨੇਟਲੀ ਇਹਦੇ 'ਚ ਗਲੋਬਲ ਵਾਰਮਿੰਗ ਦਾ ਹੀ ਡਿਸੀਸਿਵ ਰੋਲ ਹੈ। ਤੇ ਕੋਵਿਡ ਵਾਲੀ ਗੱਲਬਾਤ ਦਾ ਮੇਰੇ ਖਿਆਲ 'ਚ ਕੋਈ ਸਾਇੰਟੀਫਿਕ ਆਧਾਰ ਨਹੀਂ ਲੱਗਦਾ ਕਿ ਕੋਵਿਡ ਕਰਕੇ ਜਿਹੜਾ ਪ੍ਰਦੂਸ਼ਣ ਘੱਟ ਹੋਇਆ, ਉਹਦਾ ਮੇਰੇ ਖਿਆਲ 'ਚ ਇਸ ਅੱਗ ਦੇ ਵਿੱਚ ਕੋਈ ਰੋਲ ਨਹੀਂ। ਤੇ ਇੱਕ ਹੋਰ ਵੀ ਗੱਲ ਤੁਹਾਡੇ ਧਿਆਨ 'ਚ ਲਿਆਉਣੀ ਚਾਹੀਦੀ ਹੈ, ਜਿਹੜੀ ਰਿਪੋਰਟ ਸਾਡੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੋਰੋਨਰਸ ਆਫਿਸ ਨੇ ਦਿੱਤੀ ਸੀ ਸਾਨੂੰ ਬੁੱਧਵਾਰ ਨੂੰ, ਕਿ ਜੀ ਬੁੱਧਵਾਰ ਤੱਕ ਇਸ ਭਿਅੰਕਰ ਗਰਮੀ ਦੇ ਨਾਲ ਲਗਭਗ ਉਦੋਂ ਤੱਕ ਪਿਛਲੇ 5 ਦਿਨਾਂ 'ਚ 486 ਮੌਤਾਂ ਹੋ ਗਈਆਂ ਸੀ ਬੁੱਧਵਾਰ ਤੱਕ। ਜੀ ਹੁਣ ਲੇਟੈਸਟ 719 ਕਹਿੰਦੇ ਨੇ। ਬਿਲਕੁਲ, ਮੈਂ ਇਹੀ ਦੱਸਣਾ ਸੀ ਕਿ ਲੇਟੈਸਟ ਜਿਹੜਾ ਫਿਗਰ ਹੈ ਲਾਸਟ ਨਾਈਟ ਦਾ, ਫਰਾਈਡੇ ਦਾ, ਉਹ ਬੁੱਧਵਾਰ ਤੋਂ ਵੱਧ ਕੇ 486 ਤੋਂ ਵੱਧ ਕੇ 719 ਹੋ ਗਿਆ। ਤੇ ਨਾਲ ਦੀ ਨਾਲ ਉਸੇ ਦਫ਼ਤਰ ਨੇ ਇਹ ਵੀ ਸਾਨੂੰ ਦੱਸਿਆ ਕਿ ਇਹਨਾਂ ਦਿਨਾਂ 'ਚ ਗਰਮੀ ਨਾਲ ਜਿਹੜੀਆਂ ਅਕਸਰ ਮੌਤਾਂ ਹੁੰਦੀਆਂ, ਇਹਨਾਂ ਮੌਤਾਂ ਦੀ 719 ਮੌਤਾਂ ਦੀ ਜਿਹੜੀ ਗਿਣਤੀ ਹੈ, ਇਹ ਨਾਰਮਲ ਸਡਨ ਡੈਥਸ ਡਿਊ ਟੂ ਹੀਟ ਵੇਵਸ ਜਿਹੜੀਆਂ ਹੁੰਦੀਆਂ ਉਹਨਾਂ ਨਾਲੋਂ ਤਕਰੀਬਨ 3 ਗੁਣਾ ਜ਼ਿਆਦਾ, ਜਿਹਦਾ ਜੀ ਮਤਲਬ ਹੈ ਕਿ ਇਹ
ਜਿਹੜੀ ਇਸ ਸਾਰੇ ਵਰਤਾਰੇ ਦੀ ਭਿਆਨਕਤਾ ਉਹ ਸਾਨੂੰ ਪ੍ਰਤੱਖ ਹੀ ਹੋਣੀ ਚਾਹੀਦੀ। ਬਿਲਕੁਲ ਬਿਲਕੁਲ, ਭਿਆਨਕਤਾ ਵੀ ਹੈ ਤੇ ਕਲਾਈਮੇਟ ਚੇਂਜ ਇਜ਼ ਰੀਅਲ, ਇਸ ਚੀਜ਼ ਨੂੰ ਸਮਝਣਾ ਪਵੇਗਾ। ਤੇ ਮੇਰੇ ਖਿਆਲ 'ਚ ਜਿਹੜੀ ਯੰਗ ਜਨਰੇਸ਼ਨ ਹੈ, ਤੁਸੀਂ ਕਾਲਜ ਦੇ ਵਿਦਿਆਰਥੀਆਂ ਨਾਲ ਜੁੜੇ ਹੋਏ ਹੋ, ਐਜ਼ ਏ ਪ੍ਰੋਫੈਸਰ ਅਜੇ ਵੀ ਵਰਕ ਕਰਦੇ ਹੋ, ਉਹ ਜ਼ਿਆਦਾ ਇਸ ਚੀਜ਼ ਨੂੰ ਸਮਝ ਰਹੀ ਹੈ। ਜੇਕਰ ਕਲਾਈਮੇਟ ਚੇਂਜ ਦੇ ਲਈ ਜਿਹੜੀ ਮੂਵਮੈਂਟ ਚੱਲ ਰਹੀ ਹੈ ਉਹ ਯੰਗ ਜਨਰੇਸ਼ਨ ਵੱਡੇ ਪੱਧਰ 'ਤੇ ਚਲਾ ਰਹੀ ਆ ਸਾਰੇ ਵਿਸ਼ਵ ਦੇ ਵਿੱਚ। ਸੋ ਜਾਂਦੇ ਜਾਂਦੇ, ਕਿਉਂਕਿ ਆਪਣੇ ਕੋਲ ਸਮਾਂ ਬੜਾ ਸੀਮਤ ਆ, ਤੁਸੀਂ ਇਸ ਬਾਰੇ ਕੀ ਕਹੋਗੇ? ਕਿਸ ਤਰ੍ਹਾਂ ਲੋਕਾਂ ਨੂੰ ਇਸ ਜਿਹੜੀ ਭਿਆਨਕ ਸਥਿਤੀ ਦੇ ਨਾਲ ਲੜਨਾ ਚਾਹੀਦਾ? ਸਰਕਾਰਾਂ ਦੇ ਯਤਨ ਜ਼ਰੂਰ ਨੇ, ਪਰ ਹਜੇ ਵੀ ਨਾਕਾਫੀ ਨੇ। ਬਹੁਤ ਜ਼ਿਆਦਾ ਯਤਨ ਇਸ ਤੋਂ ਵੱਧ ਹੋਣੇ ਚਾਹੀਦੇ ਨੇ। ਕਈ ਵਾਰੀ ਕਿਸੇ ਦੇਸ਼ ਦਾ ਮੁਖੀ ਇੱਦਾਂ ਦਾ ਆ ਜਾਂਦਾ ਜਿਹੜਾ ਆਪ ਹੀ ਕਹਿ ਦਿੰਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਸਾਨੂੰ ਜਿਹੜਾ એનર્ਜੀ ਸੈਕਟਰ ਹੋਰ ਵਧਾਉਣਾ ਚਾਹੀਦਾ, ਆਇਲ ਹੋਰ ਕੱਢਣਾ ਚਾਹੀਦਾ। ਤੁਸੀਂ ਇਸ ਬਾਰੇ ਕੀ ਕਹੋਗੇ? ਕਿਵੇਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਕਲਾਈਮੇਟ ਚੇਂਜ ਨਾਲ ਲੜਨ ਲਈ? BC ਹੱਲੇ ਕਿ ਬਹੁਤ ਅੱਗੇ ਇਸ ਸਾਰੇ ਕਾਸੇ 'ਚ। ਤੁਸੀਂ ਤੁਹਾਡੇ ਸਵਾਲ ਦੇ ਵਿੱਚ ਹੀ ਉਹਦਾ ਜਵਾਬ, ਉਹਦੇ ਸੰਕੇਤ ਹੈ। ਜੇ ਤੁਹਾਡੇ ਯਾਦ ਹੋਣਾ ਕਿ 2 ਜੁਲਾਈ ਨੂੰ ਵਣ ਮਹਾਉਤਸਵ ਮਨਾਇਆ ਜਾਂਦਾ ਸੀ, ਤੇ ਅੱਜ ਕੱਲ ਜੰਗਲ ਦੇ ਵਿੱਚ ਨਵੇਂ ਬੂਟੇ ਲਾਉਣ ਦੀ ਥਾਂ, ਪਿੰਡਾਂ ਸ਼ਹਿਰਾਂ 'ਚ ਨਵੇਂ ਬੂਟੇ ਦੀ ਲਾਉਣ ਦੀ ਥਾਂ, ਜਿਵੇਂ ਜੰਗਲਾਂ ਨੂੰ ਕੱਟਿਆ ਜਾ ਰਿਹਾ, ਵੱਢਿਆ ਜਾ ਰਿਹਾ, ਕਤਲ ਕੀਤਾ ਜਾ ਰਿਹਾ ਵਿਕਾਸ ਦੇ ਨਾਂ ਤੇ। ਭਾਰਤ ਦੀ ਉਦਾਹਰਨ ਲੈ ਲਈਏ ਤਾਂ ਛੱਤੀਸਗੜ੍ਹ ਤੇ ਝਾਰਖੰਡ ਦੇ ਏਰੀਏ 'ਚ ਵਿਕਾਸ ਦੇ ਨਾਂ ਤੇ ਜਿਵੇਂ ਮੂਲ ਵਾਸੀਆਂ ਨੂੰ ਉਹਨਾਂ ਤੋਂ ਜੰਗਲ ਖੋਏ ਜਾ ਰਹੇ ਨੇ। ਜੀ ਇਹਦਾ ਤੁਹਾਡੇ ਸੰਕੇਤ ਸਾਰੀ ਗੱਲ ਦਾ ਇਹ ਹੈ ਕਿ ਵਿਕਾਸ ਜ਼ਰੂਰ ਹੋਵੇ, ਲੇਕਿਨ ਜੇ ਵਿਕਾਸ ਸਮੁੱਚੀ ਲੋਕਾਈ ਨੂੰ ਦੇ ਵਿਕਾਸ ਨੂੰ ਨਾਲ ਲੈ ਕੇ ਨਹੀਂ ਚੱਲਦਾ ਤੇ ਉਹ ਵਿਕਾਸ ਮੂਲ ਵਾਸੀਆਂ ਦੇ ਉਜਾੜੇ ਦਾ ਕਾਰਨ ਬਣਦਾ ਹੈ, ਤਾਂ ਉਹ ਕੋਈ ਵਿਕਾਸ ਨਹੀਂ, ਉਹ ਕੁਦਰਤ ਜੀ ਦੇ ਵਰਤਾਰਿਆਂ ਦੇ ਨਾਲ ਧਰੋ ਹੈ। ਜੇ ਅਸੀਂ ਕੋਈ ਵੀ ਵਿਕਾਸ ਕਰਨਾ ਤੇ ਕਿਸੇ ਮੂਲ ਵਾਸੀ ਨੂੰ ਉਜਾੜਨਾ, ਚਾਹੇ ਉਹ ਜਿਹੜੇ ਸਪੇਨ ਜਾਂ ਬ੍ਰਿਟੇਨ ਦੇ ਇੰਪੀਰੀਅਲਿਸਟ ਆ ਕੇ ਉੱਤਰੀ ਅਮਰੀਕਾ ਦੇ ਮੂਲ ਵਾਸੀਆਂ ਨੂੰ ਉਜਾੜਦੇ ਆ ਵਿਕਾਸ ਦੇ ਨਾਂ ਤੇ, ਚਾਹੇ ਉਹ ਭਾਰਤ ਦੀ ਸਰਕਾਰ ਝਾਰਖੰਡ ਤੇ ਛੱਤੀਸਗੜ੍ਹ ਦੇ ਮੂਲ ਵਾਸੀਆਂ ਨੂੰ ਉਜਾੜਦੀ ਹੈ, ਜਾਂ ਦੁਨੀਆ 'ਚ ਅਜਿਹਾ ਕੋਈ ਹੋਰ ਵਰਤਾਰਾ ਵਿਕਾਸ ਦੇ ਨਾਂ ਤੇ ਵਾਪਰਦਾ, ਉਹਦੀਆਂ ਜ਼ਿੰਮੇਵਾਰ ਤਾਂ ਸਰਕਾਰਾਂ ਹੀ ਨੇ। ਜੀ ਸਰਕਾਰਾਂ ਸਾਨੂੰ ਦਬਾਅ ਪਾਉਣਾ ਚਾਹੀਦਾ ਸਾਡੇ ਲੋਕਾਂ ਨੂੰ ਕਿ ਉਹ ਵਿਕਾਸ ਦੇ ਨਾਂ ਤੇ ਉਜਾੜਾ ਨਾ ਕਰਨ। ਕੁਦਰਤ ਨੇ ਸਾਨੂੰ ਸਾਰਿਆਂ ਨੂੰ ਅਥਾਹ ਹੀਲੇ ਵਸੀਲੇ ਦਿੱਤੇ ਹੈ ਤੇ ਹਰ ਇੱਕ ਨੂੰ ਜਿਉਣ ਦਾ ਹੱਕ ਦਿੱਤਾ ਜਾਣਾ ਚਾਹੀਦਾ। ਸਰਕਾਰ ਤਾਂ ਹੀ ਸਰਕਾਰ ਹੈ ਜੇ ਉਹ ਆਪਣੀ ਪ੍ਰਜਾ ਦੇ ਦੁੱਖਾਂ ਦਰਦਾਂ ਦਾ ਪੂਰਾ ਖਿਆਲ ਰੱਖਦੀ ਹੈ। ਤੇ ਵਿਦਿਆਰਥੀਆਂ ਵੱਲ ਤੁਸੀਂ ਸੰਕੇਤ ਕੀਤਾ, ਅਸੀਂ ਆਪਣੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ, ਫੋਰੈਸਟਰੀ ਦੇ, ਨੈਚੁਰਲ ਰਿਸੋਰਸ ਸਾਇੰਸ ਦੇ ਵਿਦਿਆਰਥੀਆਂ ਨੂੰ ਹਮੇਸ਼ਾ ਇਸ ਪੱਖੋਂ ਚੇਤਨ ਕਰਦੇ ਹਾਂ। ਇਸ ਗੱਲ ਦੇ ਜਿਹੜੇ ਇਹਨਾਂ ਅੱਗਾਂ ਦਾ ਵਰਤਾਰਾ, ਇਸ ਭਿਆਨਕਤਾ ਦਾ ਜਿਹੜਾ ਸਾਇੰਟੀਫਿਕ ਵਰਤਾਰਾ, ਉਹਦੇ ਬਾਰੇ ਵੀ, ਔਰ ਇਹਦੇ ਨਾਲ ਜੁੜੇ ਹੋਏ ਜਿਹੜੇ ਐਥੀਕਲ ਤੇ ਪੋਲੀਟੀਕਲ ਕੁਐਸਚਨ ਹੈ, ਸਰਕਾਰਾਂ ਦੀ ਜਿਹੜੀ ਇੰਪੀਰੀਅਲਿਸਟ ਪਸਾਰੇ ਦੀ ਬਸਤੀਵਾਦੀ ਕਲੋਨੀਅਲਿਸਟ ਰੁਚੀ ਹੈ, ਉਹਨਾਂ ਬਾਰੇ ਵੀ। ਸੋ ਸਾਡਾ ਹੱਕ ਤੇ ਫਰਜ਼ ਬਣਦਾ ਹੈ ਕਿ ਅਸੀਂ ਸਿਟੀਜ਼ਨਸ ਵਜੋਂ ਸਾਰੇ ਵਿਦਿਆਰਥੀਆਂ ਨੂੰ ਔਰ ਆਪਣੇ ਸਾਰੇ ਭਾਈਚਾਰੇ ਨੂੰ, ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ, ਦੋਸਤਾਂ ਮਿੱਤਰਾਂ ਨੂੰ, ਪਰਿਵਾਰ ਨੂੰ ਇਸ ਬਾਰੇ ਸੁਸ਼ਿਕਸ਼ਿਤ ਕਰੀਏ ਕਿ ਇਹ ਵਰਤਾਰੇ ਕੁਦਰਤੀ ਵਰਤਾਰੇ ਨਹੀਂ ਹਨ। ਇਹਦੇ ਪਿੱਛੇ ਸਰਕਾਰਾਂ ਜਿਹੜੀਆਂ ਜੰਗਲਾਂ ਨੂੰ ਵਿਕਾਸ ਦੇ ਨਾਂ ਤੇ ਕੱਟ ਵੱਢ ਰਹੀਆਂ ਨੇ, ਕਤਲ ਕਰ ਰਹੀਆਂ ਨੇ, ਉਹਦਾ ਬਹੁਤ ਵੱਡਾ ਰੋਲ ਹੈ। ਉਹਦੇ ਕਰਕੇ ਹੀ, ਕਿਉਂਕਿ ਬਨਸਪਤੀ ਦੀ, ਜੰਗਲ ਦੀ, ਦਰਖਤਾਂ ਦੀ ਗਿਣਤੀ ਘਟ ਰਹੀ ਹੈ ਤੇ ਕੰਸੀਕੁਐਂਟਲੀ ਸਿੱਟੇ ਵਜੋਂ ਗਲੋਬਲ ਵਾਰਮਿੰਗ ਵੱਧ ਰਹੀ ਹੈ। ਗਲੋਬਲ ਵਾਰਮਿੰਗ ਦਾ ਸਿੱਟਾ ਆਪਾਂ ਦਾਵਾ ਅਗਨ ਆਪਾਂ ਦੇਖ ਹੀ ਚੁੱਕੇ ਹਾਂ। ਤੋ ਇਹ ਜੀ ਅਗਨ ਮਨੁੱਖ ਨੂੰ ਪੰਜਵੇਂ ਗੁਰਾਂ ਦੇ ਜਿਹੜੇ ਸੰਕੇਤ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅੱਗ ਤੋਂ ਤਾਂ ਬਚਣ ਦੀ ਲੋੜ ਹੈ ਹੀ। ਸਰਕਾਰਾਂ ਨੂੰ ਵੀ ਆਪਣੇ ਲੋਕਾਂ ਨੂੰ ਇਹਨਾਂ ਅੱਗਾਂ ਤੋਂ ਬਚਾਉਣ ਦੀ ਸਪੈਸ਼ਲ ਐਫਰਟ ਕਰਨ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸੁਰਿੰਦਰ ਧੰਜਲ ਜੀ, ਤੁਸੀਂ ਇਹ ਸਾਰੇ ਵਰਤਾਰੇ ਬਾਰੇ ਦੱਸਿਆ, ਜੋ ਕੁਝ ਇਸ ਵੇਲੇ BC ਦੇ ਵਿੱਚ ਸਥਿਤੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਜਲਦੀ ਇਹ ਸਥਿਤੀ ਠੀਕ ਹੋਵੇ। ਵਿਸ਼ੇਸ਼ ਤੌਰ 'ਤੇ ਜਿਹੜੇ ਲੋਕ ਪ੍ਰਭਾਵਿਤ ਹੋ ਰਹੇ ਨੇ, ਮੂਲ ਨਿਵਾਸੀ ਵੀ ਪ੍ਰਭਾਵਿਤ ਹੋ ਰਹੇ ਨੇ, ਅਤੇ ਜਿਹੜੇ ਜੰਗਲੀ ਜਾਨਵਰ ਉੱਥੇ ਰਹਿੰਦੇ ਨੇ ਉਹਨਾਂ ਨੂੰ ਵੀ ਬੜਾ ਪ੍ਰਭਾਵ ਪੈਂਦਾ ਨਾ ਸਭ ਕਾਸੇ ਦਾ।
ਤੁਸੀਂ ਸਾਡੇ ਨਾਲ ਜੁੜੇ ਇਸ ਵਿਸ਼ੇ ਤੇ, ਪਰ ਹੋਰ ਵੀ ਬਹੁਤ ਸਾਰੇ ਵਿਸ਼ੇ ਨੇ। ਕਿਸੇ ਹੋਰ ਦਿਨ ਤੁਹਾਡੇ ਨਾਲ ਹੋਰ ਸਾਹਿਤਕ ਵਿਸ਼ੇ ਤੇ ਵੀ ਗੱਲ ਕਰਾਂਗੇ। ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਭਾਰਤ 'ਚ ਉਸ ਬਾਰੇ ਵੀ ਗੱਲ ਕਰਾਂਗੇ। ਪਰ ਅੱਜ ਇਸ ਵਿਸ਼ੇ ਤੇ ਤੁਸੀਂ ਸਾਡੇ ਨਾਲ ਗੱਲ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਸਮਾਂ ਦੇਣ ਲਈ ਸਾਡੇ ਸਾਰਿਆਂ ਵੱਲੋਂ ਸ਼ੁਕਰੀਆ ਜੀ। ਮਿਹਰਬਾਨੀ ਤੁਹਾਡਾ ਤੇ ਪ੍ਰਵਾਸੀ ਟੀਵੀ ਦੀ ਸਮੁੱਚੀ ਟੀਮ ਦਾ ਹਾਰਦਿਕ ਧੰਨਵਾਦ। ਅਲਵਿਦਾ। ਸੋ ਇਹ ਸਨ ਸੁਰਿੰਦਰ ਧੰਜਲ ਹੁਣੀ, ਜਿਹੜੇ ਬ੍ਰਿਟਿਸ਼ ਕੋਲੰਬੀਆ ਤੋਂ ਸਾਡੇ ਨਾਲ ਜੁੜੇ ਤੇ ਜੋ ਉੱਥੇ ਇਸ ਵੇਲੇ ਅੱਗ ਦੀ ਸਥਿਤੀ ਹੈ ਉਸ ਬਾਰੇ ਸਾਡੇ ਨਾਲ ਗੱਲ ਕੀਤੀ, ਤੇ ਕਲਾਈਮੇਟ ਚੇਂਜ ਦਾ, ਵਾਤਾਵਰਨ ਦੇ ਵਿੱਚ ਜੋ ਬਦਲਾਅ ਹੋ ਰਹੇ ਨੇ ਉਸ ਦੇ ਵਿੱਚ ਕੀ ਰੋਲ ਹੈ ਉਸ ਬਾਰੇ ਥੋੜ੍ਹਾ ਸੰਖੇਪ ਵਿੱਚ ਜ਼ਰੂਰ ਦੱਸਿਆ। ਫਿਰ ਕਦੇ ਜ਼ਰੂਰ ਉਹਨਾਂ ਨਾਲ ਜੁੜਾਂਗੇ, ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਟੌਪ 8 ਸਾਨੂੰ ਜ਼ਰੂਰ ਆਪਣੀ ਫੀਡਬੈਕ ਦਿਓ ਤਾਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਬਦਲਾਅ ਲਿਆ ਸਕੀਏ, ਹੋਰ ਸੁਧਾਰ ਕਰ ਸਕੀਏ। ਤਾਂ ਕੱਲ੍ਹ ਨੂੰ ਫਿਰ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਰਜਿੰਦਰ ਸੈਣੀ ਜੀ। ਤਦ ਤੱਕ ਮੈਨੂੰ ਇਜਾਜ਼ਤ ਦਿਓ। ਮਿਹਰਬਾਨੀ, ਸ਼ੁਕਰੀਆ।